एहसास तो हो चुकिया सी कि कोई पिछा कर रहा और गलत आंसर ने यह भी तुहानूं दसीए कि एक बहुत बड़ा खुलासा यह भी किया गया सिद्धू के दोस्तों के वलों कि 500 मीटर पहला भी जिथे पूरी घटना वापरी है उस तो करीब अद्धा किलोमीटर पहला भी गड्डी नूं ओवरटेक करने की कोशिश की गई सी करोला के वलों ते उस तो बाद जो नहीं ओवरटेक कर सकिया तो उस तो बाद फिर रॉन्ग साइड तो यानी जे गड्डी सीधी जा रही है तो फिर उसके रॉन्ग साइड तो आप खब्बे पासे जाने हैं गड्डी के हेठां तो रॉन्ग साइड तो ओवरटेक किया गया गड्डी बराबर करके थार के टायर के उत्ते फायरिंग की गई। मूसेवाला ने कहा कि जो फायरिंग हुई तो उस तो बाद मूसेवाला ने जवाबी 2 फायर भी कटे ते इस विचाले मूसेवाला अपने दोस्तों को कहते हैं कि डरो ना हौसला रखो। सिद्धू मूसेवाला ने हवाई फायर भी इस विचाले 2 कटे। मूसेवाला के पिस्टल दे विच सिर्फ 2 ही गोलियां सी तां इस दे पिछे वजह भी दस रहे हैं विधायक ते कह रहे हैं कि पिता नाल गलबात हुई है ते पिता ने बयान दिता है कि सिद्धू मूसेवाला दे दोस्त या कोई उन्होंने मिलन घर आया सी वैपन लैके आया सी उसने अपने वैपन के कुछ फायर चलाए तो सिद्धू ने अपनी पिस्तौल के कुछ फायर कढ़े तो इस विचाले उस तो बाद रीलोड नहीं की सिर्फ 2 ही गोलियां उस दे विच बाकी सी। तो मूसेवाला कतलकांड की कहानी उसके दोस्तों की जुबानी तुहाडे तक पहुंचा रहे हैं। इन्हां दोस्तों को मिलकर आए ने आम आदमी पार्टी के विधायक जिन्हां दे वल्लों यह पूरी कहानी दसी जा रही है कि आखिर उस समय होया कि 5 बजे तो लैके 5:30 तक अद्धे घंटे दे विच आखिर की कुछ होया। तो सिद्धू मूसेवाला ते उसके दोस्तों को पहले ही पता लग चुका सी इस पूरी वारदात दे जदों अंजाम दिता गया उस तो कुछ मिनट पहला कि जिहड़े लोग आए ने ये गलत आंसर ने और इन्हां दे वल्लों टारगेट किया जा रहा है इन्हां दे वल्लों टारगेट किया जा सकता है पर शायद इन्ना ज़्यादा नहीं सोचा होगा सिद्धू मूसेवाला ते उन्हां दे दोस्तां ने कि इन्ना जबरदस्त हमला होएगा और इस तरीके के हथियारों का इस्तेमाल किया जाएगा। सिद्धू ने उत्थे स्लो करके गड्डी बरनाले वाले पासे नूं मोड़ी तां गड्डी नूं बराबर उन्होंने एकदम बराबर ला के टायर 'च गोलियां मारियां ਪਹਿਲੀਆਂ ਗੋਲੀਆਂ ਉਹਨਾਂ ਨੇ ਟਾਇਰ 'ਚ ਮਾਰੀਆਂ ਸਿੱਧੂ ਦੇ ਨਹੀਂ ਮਾਰੀਆਂ ਨਹੀਂ ਟਾਇਰਾਂ 'ਚ ਵੱਜੀ ਆ ਤਾਂ ਜਦੋਂ ਗੱਡੀ ਅੱਗੇ ਨਾ ਜਾ ਸਕੇ ਹਾਂ ਜਦੋਂ ਟਾਇਰ 'ਚ ਗੋਲੀ ਵੱਜੀ ਤਾਂ ਸਿੱਧੂ ਅਲਰਟ ਹੋਇਆ ਸਿੱਧੂ ਨੇ ਆਪਦਾ ਜਿਹੜਾ ਵੀ ਉਹਦੇ ਕੋਲੇ ਵੈਪਨ ਸੀ 45 ਬੋਰ ਤਾਂ ਉਹਨੇ ਵੈਪਨ ਦੇ ਨਾਲ ਅਲਰਟ ਹੋ ਕੇ ਫਾਇਰ ਵੀ ਕੀਤੇ ਆ ਵੀ ਸ਼ਾਇਦ ਕੋਈ ਡਰ ਜੇ ਵੀ ਫਾਇਰ ਉਦੋਂ ਬਿਲਕੁਲ ਆ ਬਰਾਬਰ ਸੀ ਫਾਇਰ ਹੋਏ ਆ ਤਾਂ ਫਾਇਰ ਸਿੱਧੂ ਨੇ ਫਾਇਰ ਕੀਤਾ ਜਦੋਂ ਦੀ ਟਾਇਰ ਤੇ ਗੱਡੀ ਦੇ ਟਾਇਰ ਤੇ ਲੱਗੀ ਫਿਰ ਸਿੱਧੂ ਨੇ ਫਾਇਰ ਕੀਤੇ ਸਿੱਧੂ ਨੇ ਅੱਗੋਂ ਫਾਇਰ ਕੀਤਾ ਕਿੰਨੇ ਫਾਇਰ ਕੀਤੇ 2 ਫਾਇਰ ਹੀ ਹੋਏ ਆ ਕਿਉਂਕਿ ਉਹਦੇ ਕੋਲੇ ਕਾਰਤੂਸ ਹੀ 2 ਸੀ ਕਾਰਤੂਸ 2 ਸੀ ਪੂਰੀ ਭਰੀ ਨਹੀਂ ਹੋਈ ਸੀ ਨਹੀਂ 2 ਹੀ ਸੀਗੇ ਉਹਦੇ ਚ 2 ਫਾਇਰ ਹੋਇਆ ਜਦੋਂ ਫਾਇਰ ਹੋਇਆ ਤਾਂ ਫਿਰ ਉਹਨਾਂ ਨੇ ਗੱਡੀ ਇੱਕਦਮ ਅੱਗੇ ਕੱਢ ਲਈ ਕਹਿੰਦੇ ਫਿਰ ਕੱਢ ਕੇ ਦੁਬਾਰੇ 2 ਫਾਇਰ ਹੋਏ ਉਹਨਾਂ ਦੀ ਗੱਡੀ ਤੇ ਲੱਗਾ ਨਹੀਂ ਉਹ ਸਿੱਧੂ ਨੇ ਇਹ ਸੀਗਾ ਨਾ ਵੀ ਇਹ ਜਿਹੜੇ ਬੰਦੇ ਹੈਗੇ ਇੱਕ ਵਾਰੀ ਡਰਾਮਾ ਵੀ ਮੇਰੇ ਕੋਲੇ 20 ਰਿਵਾਲਵਰ ਹੈ ਮੇਰੇ ਕੋਲੇ ਵੈਪਨ ਹੈ ਸਿੱਧੂ ਨੇ ਹਵਾ 'ਚ ਉੱਪਰ ਫਾਇਰ ਕੀਤਾ ਸਿੱਧੂ ਨੇ ਫਾਇਰ ਕੀਤਾ ਕਿਉਂਕਿ ਤੁਸੀਂ ਵੇਖੋਗੇ ਜਿਹੜੇ ਪਾਸੇ ਸਿੱਧੂ ਚਲਾ ਕੇ ਜਾ ਰਿਹਾ ਹੈਗਾ ਕੋਈ ਓਵਰਟੇਕ ਤਾਂ ਦੂਜੀ ਸਾਈਡ ਕਰ ਰਹੇ ਸੀ ਨਾ ਜਦੋਂ ਫਾਇਰ ਹੋਇਆਗਾ ਤਾਂ ਸਿੱਧੂ ਨੇ ਲੱਗਿਆ ਵੀ ਇੱਕ ਵਾਰੀ ਡਰਾਮਾ ਵੀ ਡਰਨਗੇ ਵੈਪਨ ਆ ਬਟ ਉਹ 2 ਹੀ ਉਹਦੇ ਕੋਲੇ ਸਿੱਧੂ ਨੇ ਮਾਈਂਡ 'ਚ ਇਹ ਸੀਗਾ ਵੀ ਮੇਰਾ ਵੈਪਨ ਫੁੱਲ ਲੋਡ ਆ ਜਿਹੜੀ ਮੇਨ ਗੱਲ ਆ ਪਰ ਜਦੋਂ ਫੇਰ ਫਾਇਰ ਨਾ ਹੋਇਆ ਉਸ ਟਾਈਮ ਜਦੋਂ ਫਾਇਰ ਹੋਇਆ ਅੱਗੇ ਲੰਘ ਗਈ ਗੱਡੀ ਤਾਂ ਜਦੋਂ ਫਾਇਰ ਨਾ ਹੋਇਆ ਉਹਨਾਂ ਨੇ ਅੱਗੋਂ ਗੱਡੀ ਫੇਰ ਰੋਕ ਕੇ ਫਿਰ ਉਤਰ ਕੇ ਕਹਿੰਦੇ ਵੀ ਫਿਰ ਤਾਂ ਨਾ ਸਾਨੂੰ ਨਹੀਂ ਪਤਾ ਲੱਗਾ ਜਿਵੇਂ ਧੂਆਂ ਨਹੀਂ ਉੱਠਦਾ ਹੁੰਦਾ ਇੱਕਦਮ ਇੰਨਾ ਵੈਪਨ ਦਾ ਇੰਨੇ ਜ਼ੋਰ ਦੀ ਗੋਲੀਬਾਰੀ ਹੋਈ ਆ ਕਿੰਨੀ ਜ਼ਬਰਦਸਤ ਫਾਇਰਿੰਗ ਹੋਈ ਹੈ ਕਿ ਦੋਸਤ ਕਹਿ ਰਹੇ ਨੇ ਕਿ ਜਦੋਂ ਫਾਇਰਿੰਗ ਹੋਈ ਤਾਂ ਲੱਗਿਆ ਕਿ ਗੱਡੀ ਦੇ ਵਿੱਚ ਜਿਵੇਂ ਧੂਆਂ ਹੀ ਧੂਆਂ ਹੋ ਗਿਆ ਇੰਨੀ ਜ਼ਬਰਦਸਤ ਫਾਇਰਿੰਗ ਹੋਈ ਪਰ ਇਸ ਪੂਰੇ ਮਾਮਲੇ ਦੇ ਵਿੱਚ ਜੁੜੀ ਇੱਕ ਹੋਰ ਵੱਡੀ ਖਬਰ ਦੱਸਦੇ ਹਾਂ ਇੱਕ ਹੋਰ ਵੱਡਾ ਖੁਲਾਸਾ ਜੋ ਕੀਤਾ ਗਿਆ ਹੈ ਸਿੱਧੂ ਮੂਸੇਵਾਲਾ ਦੇ ਦੋਸਤਾਂ ਦੇ ਵੱਲੋਂ ਜੋ ਜ਼ਖਮੀ ਹੋਏ ਨੇ ਸਿੱਧੂ ਦੇ ਨਾਲ ਗੱਡੀ 'ਚ ਸਵਾਰ ਸੀ ਤੇ ਉਹਨਾਂ ਨੇ ਕਿਹਾ ਕਿ ਕਰੋਲਾ ਗੱਡੀ ਵਾਲਿਆਂ ਨੇ ਪਹਿਲਾਂ ਫਾਇਰਿੰਗ ਕੀਤੀ ਹੈ ਬਲੈਰੋ ਗੱਡੀ ਬਾਰੇ ਸਾਨੂੰ ਪਤਾ ਹੀ ਨਹੀਂ ਸੀ ਹਾਈਟੈਕ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਥਾਰ ਦੇ ਵਿੱਚ ਧੂਆਂ ਹੀ ਧੂਆਂ ਹੋ ਗਿਆ ਸੀ ਇੱਕ ਵਾਰ ਫਾਇਰਿੰਗ ਬੰਦ ਹੋਣ ਤੇ ਮੁੜ ਤੋਂ ਫਾਇਰਿੰਗ ਕੀਤੀ ਗਈ ਸਿੱਧੂ ਦੀ ਮੌਤ ਹਮਲਾਵਰਾਂ ਨੇ ਯਕੀਨ ਨਹੀਂ ਕੀਤੀ ਕਰੀਬ 2 ਮਿੰਟ ਤੱਕ ਫਾਇਰਿੰਗ ਹੁੰਦੀ ਰਹੀ ਔਰ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹ ਵੱਡਾ ਖੁਲਾਸਾ ਹੈ ਜਿਹੜਾ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ कि होया कि जदों अंडर ओवरटेक करने की कोशिश की गई तो उस तो बाद करोला गड्डी दे विचों पहला फायर कड्ढे जांदे ने और सिद्धू मूसेवाला दी थार दे टायर्स नूं निशाना बनाया जांदा है टायर्स नूं निशाना बनाए जाण तो बाद गड्डी उत्थे रुकदी है सिद्धू 2 फायर कढदे ने तां फिर करोला दे विचों फायरिंग होनी शुरू हो जांदी है ते इस विचाले फिर बलैरो पहुंचदी है जिस दे विचों निकल के फायरिंग करदे ने बदमाश ते इह भी दस्सिया गया सिद्धू दे दोस्तां दे वल्लों कि ताबड़तोड़ फायरिंग की गई जबरदस्त फायरिंग सी ਤੇ ਜਿਹੜਾ ਪਿੱਛੇ ਬੈਠਾ ਸੀ ਗੁਰਵਿੰਦਰ ਸਿੱਧੂ ਦਾ ਦੋਸਤ ਉਹ ਕਿਉਂਕਿ ਸਿੱਧੂ ਦੀ ਸੀਟ ਔਰ ਜਿਹੜੀ ਪਿਛਲੇ ਵਾਲੀ ਸੀਟ ਹੈ ਥਾਰ ਦੀ ਉਹਦੇ ਵਿਚਾਲੇ ਹੇਠਾਂ ਡਿੱਗ ਗਿਆ ਸੀ ਉਸਨੇ ਆਪਣੇ ਆਪ ਨੂੰ ਸੇਵ ਕਰਨ ਦੇ ਲਈ ਸਿਰ ਨੀਚੇ ਕਰ ਲਿਆ ਤਾਂ ਉਹਨੇ ਕਿਹਾ ਕਿ ਜਦੋਂ ਕੁਝ ਸੈਕਿੰਡ ਬਾਅਦ ਫਾਇਰਿੰਗ ਰੁਕੀ ਤਾਂ ਉਸ ਨੂੰ ਲੱਗਿਆ ਕਿ ਹੁਣ ਗੋਲੀਬਾਰੀ ਰੁਕ ਗਈ ਹੈ ਉਸਨੇ ਦੁਬਾਰਾ ਸਿਰ ਉੱਪਰ ਚੱਕ ਕੇ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਦੁਬਾਰਾ ਤਾਬੜਤੋੜ ਫਾਇਰਿੰਗ ਸ਼ੁਰੂ ਹੋ ਗਈ ਇਹ ਵੀ ਦੱਸਦੇ ਨੇ ਸਿੱਧੂ ਦੇ ਦੋਸਤ
ਕਿ ਫਾਇਰਿੰਗ ਕਰਨ ਤੋਂ ਬਾਅਦ ਜਿਹੜੇ ਹਮਲਾਵਰ ਸੀ ਵਾਪਸ ਆਏ ਸਿੱਧੂ ਦੇ ਕੋਲ ਯਕੀਨੀ ਕਰਨ ਦੇ ਲਈ ਕਿ ਸਿੱਧੂ ਬਚਿਆ ਤਾਂ ਨਹੀਂ, ਤਾਂ ਉਦੋਂ ਵੀ ਦੁਬਾਰਾ ਫਾਇਰਿੰਗ ਕੀਤੀ ਗਈ ਸਿੱਧੂ ਮੂਸੇਵਾਲਾ ਦੇ ਉੱਤੇ। ਬਲੈਰੋ ਵਾਲੇ ਨੇ ਫਾਇਰ ਕੀਤੇ ਜਾਂ ਕਰੋਲਾ ਵਾਲੇ ਨੇ ਫਾਇਰ? ਕਰੋਲਾ ਵਾਲੇ ਨੇ ਅੰਦਰ ਤੋਂ ਫਾਇਰ ਕੀਤੇ। ਹਾਂਜੀ ਕਰੋਲਾ ਵਾਲਿਆਂ ਨੇ। ਬਲੈਰੋ ਤਾਂ ਫਿਰ ਬਾਅਦ ਚ ਆਉਂਦੀ ਹੈ ਨਾ, ਨਾਲ ਹੀ ਆਉਂਦੀ ਹੈ ਬਲੈਰੋ, ਥੋੜਾ ਟਾਈਮ ਬਾਅਦ ਚ ਆਉਂਦੀ ਹੈ। ਫਾਇਰਿੰਗ ਤਾਂ ਕਰੋਲਾ ਵਾਲਿਆਂ ਨੇ ਕਰਕੇ ਗੱਡੀ ਰੋਕ ਲਈ ਸੀ। ਅੱਛਾ, ਬਲੈਰੋ ਔਰ ਇਹ ਵੀ ਜਾਣਕਾਰੀ ਹੈ ਕਿ ਬੋਨਟ ਤੇ ਵੀ ਚੜ ਗਏ ਸੀਗੇ ਜਾਂ ਫਾਇਰਿੰਗ ਸਿਰਫ ਸਿੱਧੂ ਵਾਲੇ ਪਾਸੇ ਹੋ ਰਹੀ? ਮੈਂ ਇਹ ਗੱਲ ਵੀ ਪੁੱਛੀ ਵੀ ਮੈਂ ਇਹ ਸਪੈਸ਼ਲੀ ਪੁੱਛਿਆ ਵੀ ਉਹਨਾਂ ਨੇ ਮਾਰੀ, ਉਹ ਕਹਿੰਦੇ ਵੀ ਸਾਨੂੰ ਇਹ ਨਹੀਂ ਪਤਾ ਉਹ ਤੇ ਚੜੇ ਕਿੰਨਾ, ਕਿਉਂਕਿ ਅਸੀਂ ਤਾਂ ਡਿੱਗ ਪਿਆ, ਉਹ ਪਿਛਲਾ ਗੁਰਵਿੰਦਰ ਡਿੱਗ ਪਿਆ, ਜਿਹੜਾ ਗੁਰਪ੍ਰੀਤ ਆ ਜਦੋਂ ਸਿੱਧੂ ਤੇ ਬਹੁਤ ਜ਼ਿਆਦਾ ਗੋਲੀਆਂ ਵੱਜੀਆਂ ਤਾਂ ਜਿਹੜਾ ਹੈਗਾ ਸਿੱਧੂ ਗੁਰਪ੍ਰੀਤ ਦੇ ਵਾਲੀ ਪਾਸੇ ਨੂੰ ਝੋਲੀ 'ਚ ਡਿੱਗ ਗਿਆ, ਝੋਲੀ ਬੁੱਕਲ 'ਚ ਡਿੱਗ ਪਿਆ ਸੀਗਾ। ਤੇ ਇਸੇ ਕਰਕੇ ਜਿਹੜੀਆਂ ਸਿੱਧੂ ਦੇ ਗੋਲੀਆਂ ਜ਼ਿਆਦਾ ਲੱਗੀਆਂ, ਗੁਰਪ੍ਰੀਤ ਤੇ ਵੀ ਲੱਗੀਆਂ ਨੇ। ਟਾਰਗੇਟ ਸਿੱਧੂ ਹੀ ਸੀ, ਦੋਸਤ ਕੋਈ ਟਾਰਗੇਟ ਨਹੀਂ। ਇਹ ਉਹਨਾਂ ਨੂੰ ਬਿਲਕੁਲ ਪਤਾ ਸੀ ਕਿ ਸਿੱਧੂ ਹੀ ਡਰਾਈਵ ਕਰ ਰਿਹਾ ਤੇ ਸਿੱਧੂ ਹੀ ਟਾਰਗੇਟ ਸੀ, ਸਾਰੀਆਂ ਗੋਲੀਆਂ ਸਿੱਧੂ ਤੇ ਲਾਈਆਂ। ਉਹਨਾਂ ਨੇ ਇੱਕ ਗੱਲ ਹੋਰ ਦੱਸੀ ਹੈ ਮੈਨੂੰ ਪਿੱਛੋਂ ਗੁਰਵਿੰਦਰ ਨੇ, ਕਿ ਕਹਿੰਦਾ ਜਦੋਂ ਮੇਰੇ ਗੋਲੀ ਲੱਗ ਗਈ ਮੈਂ ਡਿੱਗ ਪਿਆ ਤੇ ਬਾਈ ਜਦੋਂ ਗੁਰਪ੍ਰੀਤ ਦੀ ਬੁੱਕਲ 'ਚ ਡਿੱਗ ਪਿਆ ਤੇ ਇੱਕ ਵਾਰੀ ਗੋਲੀ ਬੰਦ ਹੋ ਗਈ, ਬਿਲਕੁਲ ਬੰਦ ਹੋ ਗਈ, ਤਾਂ ਮੈਂ ਸਿਰ ਚੱਕਿਆ, ਮੈਂ ਦੇਖਿਆ ਕਿ ਬਾਈ ਲਹੂ ਲੁਹਾਣਾ ਵੀ ਬਾਈ ਇਸ ਪਾਸੇ ਸਿੱਧਿਆ ਵੀ ਬਾਈ ਠੀਕ ਆ। ਇੰਨਾ ਚੱਕਣ ਦੀ ਦੇਰ ਸੀ, ਕਹਿੰਦਾ ਵੀ ਮੈਨੂੰ ਪਤਾ ਲੱਗਾ ਕਿਉਂਕਿ ਫੇਰ ਤੁਰਿਆ ਆਉਂਦੇ ਸੀ ਉਹ, ਦੁਬਾਰਾ ਫੇਰ ਫਾਇਰਿੰਗ ਕਰੀ ਆ। ਫੇਰ ਕਹਿੰਦਾ ਮੈਂ ਉਵੇਂ ਫੇਰ ਡਿੱਗ ਪਿਆ, ਦੁਬਾਰੇ ਤਸੱਲੀ ਕਰਕੇ ਗਏ ਆ, ਚੈੱਕ ਕਰਕੇ ਗਏ ਕਿ ਸਿੱਧੂ ਦੇ ਸਾਹ ਚੱਲਦੇ ਪਏ, ਦੁਬਾਰਾ ਆਏ ਕਿ ਸਿੱਧੂ ਬਚ ਨਾ ਜਾਵੇ। ਇਹ ਇਸ ਕੰਮ ਦੇ ਵਿੱਚ 1-2 ਮਿੰਟ ਲੱਗਿਆ ਜਦੋਂ ਦੁਬਾਰੇ ਫੇਰ ਆਇਆ। ਤਾਂ ਇੱਕ ਹੋਰ ਆ ਵੀ ਦੇਖੋ ਪਬਲਿਕ ਉੱਥੇ ਇੱਕ ਡਰ ਵੀ ਜਾਂਦੀ ਆ, ਤੇ ਇੱਕ ਉਹਨਾਂ ਨੇ ਹੋਰ ਵੀ ਕਿਹਾ ਕਿ ਸਾਨੂੰ 20 ਮਿੰਟ ਤੱਕ ਕਿਸੇ ਨੇ ਉੱਥੇ ਕੱਢੇ ਹੀ ਨਹੀਂ। ਮੇਰੀ ਮੈਂ ਉੱਥੇ ਚਸ਼ਮਦੀਦ ਸੀਗੇ, ਮੇਰੇ ਨਾਲ ਗੱਲਬਾਤ ਹੋ ਰਹੀ ਸੀ, ਉਹ ਕਹਿ ਰਹੇ ਸੀਗੇ 20-22 ਮਿੰਟ ਲੱਗ ਗਏ, ਅਸੀਂ ਕੋਸ਼ਿਸ਼ ਕਰ ਰਹੇ ਸੀ, ਕਿਸੇ ਨੇ ਕਾਰ ਨਹੀਂ ਰੋਕੀ, ਕਾਰ ਵੀ ਨਹੀਂ, ਕਿਸੇ ਨੇ 7-8 ਕਾਰਾਂ ਉਹ ਨਿਕਲ ਗਈਆਂ, ਕਿਸੇ ਨੇ ਕਾਰ ਨਹੀਂ ਰੋਕੀ, 20-22 ਮਿੰਟ ਇਦਾਂ ਨਿਕਲ ਗਏ ਸੀ। ਇੱਕ ਦਹਿਸ਼ਤ ਵੀ ਇੰਨੀ ਪੈ ਗਈ ਸੀ, ਕੋਈ ਰੁਕਿਆ ਵੀ ਨਹੀਂ, ਜਿਹੜੇ ਖੜੇ ਸੀ। ਇੱਕ ਉਹਦੀ ਜਿਹੜੀ ਕਿੰਨੀ ਕੁ ਫਾਇਰਿੰਗ ਹੋਈ ਸੀ? 40-50 ਗੋਲੀਆਂ, ਕਿੰਨੀ ਕੁ ਫਾਇਰਿੰਗ ਹੋਈ? ਕਹਿੰਦੇ ਵੀ 30-40 ਰਾਉਂਡ ਵੀ, ਜਿਵੇਂ ਬਿਲਕੁਲ ਜਿਵੇਂ ਨਹੀਂ ਆਪਾਂ ਦੀਵਾਲੀ ਵੇਲੇ ਇੱਕ ਲੜੀ ਨੂੰ ਅੱਗ ਨਹੀਂ ਲਾ ਦਿੰਦੇ ਪਟਾਕੇ ਦੇ, ਇਸ ਤਰ੍ਹਾਂ ਫਾਇਰਿੰਗ ਹੋਈ ਆ। ਤਾਂ ਸਿੱਧੂ ਮੂਸੇਵਾਲਾ ਦੇ ਨਾਲ ਉਸ ਦਿਨ ਕੀ ਕੁਝ ਵਾਪਰਿਆ, ਉਸ 30 ਮਿੰਟ ਦੇ ਵਿੱਚ ਕੀ ਕੁਝ ਵਾਪਰਿਆ। ਗੱਡੀ ਦਾ ਪਿੱਛਾ ਕਰ ਰਹੀ ਸੀ ਸਿੱਧੂ ਤੇ ਉਸਦੇ ਸਾਥੀਆਂ ਨੂੰ ਪਤਾ ਸੀ, ਪਰ ਪਹਿਲਾਂ ਲੱਗਿਆ ਕਿ ਫੈਨਸ ਨੇ, ਆਮ ਤੌਰ ਤੇ ਸਿੱਧੂ ਦੇ ਪਿੱਛੇ ਜਾਂਦੇ ਸੀ ਫੈਨਸ ਤਾਂ ਕਿ ਫੋਟੋ ਖਿਚਵਾਈ ਜਾ ਸਕੇ, ਪਰ ਜਦੋਂ ਪਤਾ ਲੱਗਿਆ ਕਿ ਨਹੀਂ ਇਹ ਫੈਨਸ ਨਹੀਂ ਬਲਕਿ ਕੋਈ ਗਲਤ ਆਨਸਰ ਨੇ, ਪਰ ਉਸ ਸਮੇਂ ਤੱਕ ਬਚਾਅ ਦਾ ਮੌਕਾ ਸਿੱਧੂ ਕੋਲ ਜ਼ਿਆਦਾ ਨਹੀਂ ਸੀ। ਨਾ ਬੁਲਟ ਪ੍ਰੂਫ ਗੱਡੀ ਸੀ, ਨਾ ਨਾਲ ਗਨਮੈਨ ਸੀ, ਤੇ ਉਸ ਤੋਂ ਬਾਅਦ ਜਿਹੜੀ ਪਿਸਤੌਲ ਵੀ ਸਿੱਧੂ ਦੇ ਕੋਲ ਸੀ ਉਸ ਦੇ ਵਿੱਚ ਵੀ ਸਿਰਫ 2 ਹੀ ਗੋਲੀਆਂ ਸੀ। ਉਸ ਦਾ ਇਸਤੇਮਾਲ ਵੀ ਸਿੱਧੂ ਨੇ ਕੀਤਾ ਉਹਨਾਂ ਨੂੰ ਡਰਾਉਣ ਦੇ ਲਈ, ਪਰ ਉਹ ਬਹੁਤ ਧਾਰ ਕੇ ਆਏ ਹੋਏ ਸੀ ਕਿ ਸਿੱਧੂ ਨੂੰ ਟਾਰਗੇਟ ਕਰਨਾ ਹੈ। ਮੂਸੇਵਾਲਾ ਕਤਲकांड ਦੇ ਵਿੱਚ ਨਵੇਂ ਖੁਲਾਸੇ ਹੋਏ ਨੇ ਤੇ ਇੱਕ ਨਵੀਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਿੱਧੂ ਦੀ ਥਾਰ ਦਾ ਕਰੋਲਾ ਅਤੇ ਬਲੈਰੋ ਪਿੱਛਾ ਕਰ ਰਹੀਆਂ ਨੇ ਵਾਰਦਾਤ ਤੋਂ ਕਰੀਬ 8 ਮਿੰਟ ਪਹਿਲਾਂ। ਤੇ ਇਹ ਸੀਸੀਟੀਵੀ ਹੈ ਵਾਰਦਾਤ ਤੋਂ 8 ਮਿੰਟ ਪਹਿਲਾਂ ਦੀ। ਸੀਸੀਟੀਵੀ ਵਿੱਚ ਦੇਖ ਸਕਦੇ ਹੋ ਕਿ ਐਤਵਾਰ ਸ਼ਾਮ 5:21 ਦੇ ਉੱਤੇ 1 ਸੈਕਿੰਡ ਤੇ ਮੂਸੇਵਾਲਾ ਦੀ ਥਾਰ ਉਸ ਚੌਂਕ ਦੇ ਵਿੱਚੋਂ ਲੰਘਦੀ ਹੈ ਤੇ ਪੂਰੇ 20 ਸੈਕਿੰਡ ਬਾਅਦ ਹੀ ਤੇਜ਼ ਯਾਨੀ 5:21 ਤੇ 21 ਸੈਕਿੰਡ ਦੇ ਉੱਤੇ ਕਰੋਲਾ ਲੰਘਦੀ ਹੈ ਤੇ ਉਸ ਤੋਂ ਬਾਅਦ ਬਲੈਰੋ ਕਾਰ ਵੀ ਇਸ ਕੈਮਰੇ ਦੇ ਵਿੱਚ ਨਜ਼ਰ ਆਉਂਦੀ ਹੈ। ਬਲੈਰੋ ਦੇ ਸ਼ੀਸ਼ੇ ਬਲੈਕ ਨੇ, ਜਿਸ ਤੋਂ ਕੁਝ ਪਤਾ ਨਹੀਂ ਲੱਗ ਸਕਦਾ ਕਿ ਅੰਦਰ ਕੌਣ ਨੇ ਅਤੇ ਕਿਹੜੇ ਹਥਿਆਰ ਨੇ। ਉਧਰ ਤਸਵੀਰਾਂ ਦੇ ਵਿੱਚ ਇੱਕ ਚੀਜ਼ ਹੋਰ ਸਾਹਮਣੇ ਆਉਂਦੀ ਹੈ ਕਿ ਮੂਸੇਵਾਲਾ ਦੀ ਥਾਰ ਦੇ ਸ਼ੀਸ਼ੇ ਵੀ ਕਾਲੇ ਨੇ। ਇਸ ਤੋਂ ਸਾਫ਼ ਹੈ ਕਿ ਮੂਸੇਵਾਲਾ ਦੀ ਪੂਰੀ ਰੇਕੀ ਕੀਤੀ ਗਈ। ਕਿ ਮੂਸੇਵਾਲਾ ਖੁਦ ਥਾਰ ਚਲਾ ਰਿਹਾ ਹੈ ਜਾਂ ਕੋਈ ਹੋਰ? ਕੁਝ ਹੋਰ ਇਸ ਤਰ੍ਹਾਂ ਦੇ ਸਵਾਲ ਵੀ ਇਹ ਸੀਸੀਟੀਵੀ ਜ਼ਰੂਰ ਖੜੇ ਕਰ ਰਹੀ ਹੈ।